दे कर हथ सलोक, आवत हुक्म विनाश हुक्म, आज्ञा भिन न कोई। आवण जाना तह मिटै नानक, जह मन सोय। नानक जय मन सोय। पौड़ी एओ जी बहुत ग्रभ वासे, मोह मगन मीठ जोन फासे। इन माया त्रैगुण वस कीने, आपन मोह घटे घट दीने। ए साजन कछ कहो पाया, जाते तरो बिखम ए माया। कर किरपा सतसंग मिलाय, नानक ताकै निकट न माय। कर किरपा सतसंग मिलाय, नानक ताकै निकट न माय। वाहिगुरु जी का खालसा, वाहिगुरु जी की फतेह। जुगो जुग अटल चबर छत्र तख्त दे मालक, हाजरा हजूर जहरा जहूर सर्व कला भरपूर समर्थ सतगुरु। राजान राज पहानान पान, देवान देव उपमा महान। साहिब श्री गुरु ग्रंथ साहिब महाराज, जिन्हां दी पावन पवित्र मुकद्दस गोद अंदर ढलदी हुई शाम दे नाल गुरु दे दरबार सजे हन। रोज़ाना की तरह सतगुरु की हसूरी अंदर रहरास साहब का पाठ भाई साहब पासों आप जी ने सरवण किया है। अते नाल ही अरदास हुक्मनामा साहब हर बिसरत सदा खुआरी, ताको धोखा कहाँ बेआपै जाको ऊट तुहारी। ये पावन बाकां दे नाल सतगुरु का हुक्म होया अते जो लड़ीवार असीं शब्द विचार गुरु कृपा नाल विचारण दी कोशिश रोज़ाना करते हाँ, उस बाणी का अगलेरा पड़ा 7वीं पौड़ी अते श्लोक आप जी ने सरवण किया है। आओ इसे ही पावन शब्द की विचार धन गुरु अर्जुन देव महाराज आप ही कृपा करके आप करवा लैन। सो आओ इस खाकसर नूं कुछ कहण की इजाजत देंदे हो, जिन्ने हाजरीन हाजिर हो रसना पवित्र करिए। फिर शब्द विचार। वाहिगुरु वाहिगुरु वाहिगुरु, वाहिगुरु वाहिगुरु वाहिगुरु, वाहिगुरु वाहिगुरु वाहिगुरु, वाहिगुरु
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੀ ਬਖਸ਼ਿਸ਼ ਸਦਕਾ ਅਸੀਂ ਕੱਲ ਰੋਜ਼ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਟਾਹੁਰ, ਸਤਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਇਹ ਕੱਲ ਪੜਾ ਅਸੀਂ ਵਿਚਾਰਨਾ ਕੀਤਾ ਸੀ ਵੀ ਆਵਣ ਵਾਸਤੇ ਤਾਂ ਸ੍ਰਿਸ਼ਟੀ 'ਚ ਆਏ ਹਾਂ, ਪਰ ਬੁੱਝਣਾ ਸਮਝਣਾ ਉਹ ਕਿਸ ਮਨੋਰਥ ਲਈ, ਕੀ ਕਾਰਨ ਸੀ, ਕੀ ਕਾਰਨ ਸੀ ਕਿ ਸ੍ਰਿਸ਼ਟੀ ਵਿੱਚ ਆਉਣਾ ਹੋਇਆ। ਗੁਰੂ ਮਹਾਰਾਜ ਕਹਿੰਦੇ ਜੇ ਨਾ ਬੁੱਝਿਆ ਨਾ ਸਮਝੇ, ਜਿਸ ਤਰ੍ਹਾਂ ਸੰਸਾਰ ਵਿੱਚ ਪਸ਼ੂਆਂ ਦੀ ਆਮਦ ਹੁੰਦੀ ਹੈ, ਉਵੇਂ ਹੀ ਸੰਸਾਰ ਵਿੱਚ ਉਹਨਾਂ ਮਨੁੱਖਾਂ ਦੀ ਆਮਦ ਹੈ। ਕਿਉਂ ਬੁੱਝ ਨਹੀਂ ਹੈ, ਸਮਝ ਨਹੀਂ ਹੈ। ਵੈਸੇ ਵੀ ਅਸੀਂ ਦੇਖਿਆ ਜਾਏ ਨਾ, ਸਾਡੇ ਸਮਾਜ ਦੇ ਅੰਦਰ ਜਿਹੜੀ ਬੰਦਾ ਬੁੱਧੀ ਦਾ ਥੋੜ੍ਹਾ ਵਿਸਥਾਰ ਰੱਖਦਾ ਹੈ, ਜਾਂ ਉਹਦੀ ਬੁੱਧੀ ਜਿਹੜੀ ਹੈ ਚੰਗੀ ਡਿਵੈਲਪ ਹੈ, ਤਾਂ ਕੁਝ ਸਮਝਦਾਰੀ ਰੱਖਦਾ ਹੈ, ਸਮਾਜ ਵੀ ਉਹਨੂੰ ਪ੍ਰਵਾਨ ਕਰਦਾ ਹੈ। ਬੰਦਾ ਕਹਿੰਦਾ ਹੈ ਅਕਲ ਦਾ ਭਾਂਡਾ ਜਿਹੜਾ ਹੈ ਉਹ ਸਿਆਣਪ ਦਾ ਭਾਂਡਾ ਜਿਹੜਾ ਹੈ ਚਤਰਾਈ ਨਾਲ ਨਹੀਂ ਭਰਿਆ ਹੋਣਾ ਚਾਹੀਦਾ। ਅਸੀਂ ਅਕਲ ਦੇ ਨਾਲ ਹੀ, ਮਹਾਰਾਜ ਕਹਿੰਦੇ ਅਕਲੀ ਸਾਹਿਬ ਸੇਵੀਏ ਅਕਲੀ ਕੀਚੇ ਦਾਨ। ਜੇ ਅਕਲ ਹੈ, ਸਮਝ ਹੈ, ਸੋਝੀ ਹੈ, ਫਿਰ ਬੰਦਾ ਸਾਰੇ ਕਾਰਜ ਜਿਹੜੇ ਨੇ ਦੁਨੀਆ ਦੇ ਉੱਤੇ ਉਹ ਕਰ ਸਕਦਾ ਹੈ। ਕਿ ਜਿਹੜਾ ਮਹਾਰਾਜ ਕਹਿੰਦੇ ਨੇ ਢੋਰਪਣਾ ਹੈ, ਅਗਿਆਨ ਮੂੜਤਾ ਹੈ, ਉਹ ਗੁਰੂ ਪਾਤਸ਼ਾਹ ਉਹਨੂੰ ਵੀ ਪ੍ਰਵਾਨ ਨਹੀਂ ਕਰਦੇ। ਗਿਆਨ ਇਸੇ ਕਰਕੇ ਗੁਰੂ ਘਰ ਦੇ ਨਾਲ ਗਿਆਨ ਦਾ ਸੰਬੰਧ ਹੈ। ਗੁਰ ਬਿਨ ਗਿਆਨ ਜਿਹੜਾ ਹੈ ਹੋ ਹੀ ਨਹੀਂ ਸਕਦਾ। ਗਿਆਨ ਵੀ ਜਿਹੜਾ ਪਦਾਰਥ ਹੈ, ਜਿਹੜੀ ਸਾਡੀ ਮੱਤ ਹੈ, ਉਹ ਭਾਂਡਾ ਹੈ। ਇਸ ਮੱਤ ਵਿੱਚ ਗਿਆਨ ਪੈਂਦਾ ਹੈ। ਤਾਂ ਸਤਿਗੁਰੂ ਕਹਿੰਦੇ ਨੇ ਜਿਹੜਾ ਇਹ ਗਿਆਨ ਹੈ ਨਾ, ਜਿਵੇਂ ਅਸੀਂ ਕਹਿੰਦੇ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਇਹ ਮਨ ਦੀ ਪ੍ਰਗਾਸਤਾ ਜਿਹੜੀ ਹੈ, ਮਨ ਤਾਂ ਪ੍ਰਗਾਸ ਹੁੰਦਾ ਹੈ, ਚਾਨਣ ਹੁੰਦਾ ਹੈ ਜਦੋਂ ਇਹਦੇ ਅੰਦਰ ਗਿਆਨ ਪ੍ਰਗਟ ਹੁੰਦਾ ਹੈ। ਪਰ ਉਹ ਗਿਆਨ ਉਹ ਹੈ ਜਿਹੜਾ ਜੀਵਨ ਨੂੰ ਜੀਵਨ ਜਾਚ ਬਣਾ ਦੇ। ਉਹ ਗਿਆਨ ਉਹ ਹੈ ਜਿਹੜਾ ਮਨੁੱਖੀ ਜੀਵਨ ਨੂੰ ਚੰਗੇ ਸਾਰੋਕਾਰਾਂ ਨਾਲ ਜੋੜਦਾ ਹੈ। ਐਵੇਂ ਦਾ ਹੈ ਇਹ ਗਿਆਨ। ਉਹ ਨਹੀਂ ਹੈ ਬਰਬਾਦੀ ਵਾਲਾ ਵੀ ਗਿਆਨ ਹੈ। ਮਹਾਰਾਜ ਕਹਿੰਦੇ ਸ੍ਰਿਸ਼ਟੀ ਦਾ ਸਾਰਾ, ਹਰ ਪੱਖ ਦਾ, ਹਰ ਚੀਜ਼ ਦਾ ਗਿਆਨ ਹੈ ਇਸ ਸੰਸਾਰ ਦੇ ਵਿੱਚ। ਪਰ ਜਿਹੜਾ ਗਿਆਨ ਇਸ ਗੱਲ ਦਾ ਹੋ ਜਾਏ ਕਿ ਮੈਂ ਨਿਰਾਕਾਰ ਵਾਹਿਗੁਰੂ ਤੋਂ ਵਿਛੜਿਆ, ਇਹ ਬੁੱਝਣਾ ਹੈ। ਇਸ ਕਰਕੇ ਜੇ ਉਹ ਹੀ ਨਾ ਬੁੱਝਿਆ, ਬਾਕੀ ਸਭ ਤਾਂ ਬੁੱਝ ਲਿਆ, ਫਿਰ ਆਵਣ ਆਏ ਸ੍ਰਿਸ਼ਟ ਮੈਂ ਬਿਨ ਬੁੱਝੇ ਪਸ਼ੂ ਢੋਰ। ਪਸ਼ੂ ਢੋਰਾਂ ਵਾਲਾ ਜੀਵਨ ਬਤੀਤ ਕਰਕੇ ਚਲੇ ਗਏ। ਖਾ ਲਏ ਪੀ ਲਏ, ਮਹਾਰਾਜ ਕਹਿੰਦੇ ਖਾਂਦਿਆਂ ਪੀਂਦਿਆਂ ਇਹ ਇਵੇਂ ਜ਼ਿੰਦਗੀ ਲੰਘ ਗਈ। ਇਹ ਤਾਂ ਫਿਰ ਖਾਣਾ ਪੀਣਾ ਤਾਂ ਸਾਰੇ ਜਨਮਾਂ 'ਚ ਹੀ ਅਸੀਂ ਕੀਤਾ। ਕੌਣ ਨਹੀਂ ਖਾਂਦਾ? ਇੱਕ ਕੀੜੀ ਵੀ ਕੁਝ ਨਾ ਕੁਝ ਭਾਲਦੀ ਹੈ। ਦਿਨ ਸਵੇਰੇ ਆਪਣੀ ਖੱਡ 'ਚੋਂ ਨਿਕਲਦੀ ਹੈ, ਸਾਰਾ ਦਿਨ ਕੁਝ ਨਾ ਕੁਝ ਲੱਭ ਕੇ ਲਿਆ ਕੇ ਆਪਣੀ ਖੱਡ ਦੇ ਵਿੱਚ ਰੱਖਦੀ ਰਹਿੰਦੀ ਹੈ। ਪੰਛੀ ਵੀ, ਇਹ ਵੀ ਖਾਣਾ ਤਾਂ ਸਭ ਦੇ ਆ, ਉਹ ਵੀ ਕਰੀ ਜਾਂਦੇ ਨੇ। ਫਿਰ ਮਨੁੱਖ ਤੇ ਉਹਦੇ 'ਚ ਫਰਕ ਕੀ ਹੈ ਜਿਹੜਾ ਅਸੀਂ ਜ਼ਿਕਰ ਕਰ ਰਹੇ ਸੀ? ਮਹਾਰਾਜ ਕਹਿੰਦੇ ਬੁੱਝਣਾ ਸੀ, ਕੁਝ ਸਮਝਣਾ ਸੀ, ਕੁਝ ਸੋਝੀ ਸੀ। ਇਹੀ ਸੀ ਬੰਦਾ ਆਪਣੇ ਸਮਾਜ ਵਿੱਚੋਂ, ਆਪਣੇ ਪਰਿਵਾਰ ਵਿੱਚੋਂ ਦੇਖਦੇ ਹਾਂ ਅਸੀਂ ਕਿੰਨੀਆਂ ਅਲਾਮਤਾਂ ਪ੍ਰਗਟ ਹੋਈਆਂ ਨੇ। ਕਿਤੇ ਕਾਹਦੇ ਵਿੱਚੋਂ ਪ੍ਰਗਟ ਹੋਏ? ਜਿੰਨੀਆਂ ਅਕਲਾਂ ਵਾਲੇ ਨੇ ਓਨਾ ਹੀ ਕੀ ਹੋ ਰਿਹਾ ਗਾ, ਓਨੀ ਜ਼ਿਆਦਾ ਬੰਦਾ ਕਰਪਸ਼ਨ, ਜਿਵੇਂ ਅਸੀਂ ਕਹਿ ਰਹੇ ਹਾਂ, ਕਰਪਟਪਣਾ ਵੱਧ ਰਿਹਾ ਹੈ, ਧੋਖਾਧੜੀ ਵੱਧ ਰਹੀ ਹੈ, ਇੱਕ ਦੂਜੇ ਦੀ ਮਾਰ ਧਾੜ ਹੋ ਰਹੀ ਹੈ। ਮਤਲਬ ਸਮਾਜ ਵਿੱਚ ਜਿੰਨੀਆਂ ਬੁਰਾਈਆਂ ਅਸੀਂ ਕਹਿ ਸਕਦੇ ਹਾਂ ਉਹ ਸਭ ਨੇ। ਅਲਾਮਤਾਂ ਜਿੰਨੀਆਂ ਕਹਿ ਲਓ, ਨਸ਼ਿਆਂ ਦੀਆਂ ਅਲਾਮਤਾਂ ਨੇ। ਇੱਥੋਂ ਤੱਕ ਤੁਸੀਂ ਦੇਖੋ ਰਿਸ਼ਤਿਆਂ ਦੀ ਗਿਰਾਵਟ ਹੋ ਚੁੱਕੀ ਹੈ,
मतलब समाज ਦੇ ਵਿੱਚ ਸਾਰਾ ਜਿਹੜਾ ਇਹ ਗਿਰਾਵਟ ਹੈ ਨਾ, ਇਹ ਗਿਆਨ ਦਾ ਪੱਖ ਨਹੀਂ ਹੈ, ਇਹ ਗਿਆਨਪਣਾ ਨਹੀਂ, ਅਕਲ ਨਹੀਂ ਹੈ, ਇਹ ਅਗਿਆਨਤਾ ਦਾ ਪਸਾਰਾ ਹੈ। ਸਪੋਜ਼ ਕਰੋ ਮੈਂ ਐਗਜ਼ਾਮਪਲ ਦੇਵਾਂ, ਲਾਈਟ ਵਾਸਤੇ ਜਿੰਨੇ ਵੀ ਸਾਡੇ ਨਾ ਯੂਨੀਵਰਸਿਟੀਆਂ, ਕਾਲਜ, ਸਕੂਲ ਖੁੱਲ੍ਹੇ ਨੇ, ਸੰਸਥਾਵਾਂ ਬਣੀਆਂ ਨੇ, ਇਹ ਸਾਰੀਆਂ ਕਾਹਦੇ ਵਾਸਤੇ ਬਣੀਆਂ ਨੇ? ਇਹ ਸਾਰੀਆਂ ਸੰਸਥਾਵਾਂ ਤੋਂ ਗਿਆਨ ਪ੍ਰਗਟ ਹੋ ਰਿਹਾ। ਹਰ ਸੰਸਥਾ ਗਿਆਨ ਦੇ ਰਹੀ ਹੈ, ਗਿਆਨ ਪ੍ਰਗਟ ਹੋ ਰਹੀ ਹੈ। ਹੁਣ ਤੁਸੀਂ ਮੈਨੂੰ ਦੱਸੋ ਵੀ ਕੋਈ ਇਹੋ ਜਿਹਾ ਸਕੂਲ ਹੈ ਜਿੱਥੇ ਨਸ਼ੇ ਕਰਨੇ ਸਿਖਾਏ ਜਾਂਦੇ ਹੋਣ, ਝੂਠ ਬੋਲਣਾ ਸਿਖਾਇਆ ਜਾਂਦਾ ਹੋਵੇ, ਨਸ਼ੇ ਕਰਨੇ ਸਿਖਾਏ ਜਾਂਦੇ ਹੋਣ, ਗਾਲਾਂ ਕੱਢਣੀਆਂ ਨਹੀਂ ਨਾ, ਐਸਾ ਸਕੂਲ ਕੋਈ ਵੀ ਨਹੀਂ। ਇਹੋ ਜਿਹਾ ਕਿਤੇ ਵੀ ਐਜੂਕੇਸ਼ਨ ਨਹੀਂ ਹੈਗੀ। ਮਤਲਬ ਚੋਰੀ ਕਰਨੀ ਸਿਖਾਈ ਜਾਂਦੀ ਹੈ, ਕਿਸੇ ਨੂੰ ਧੋਖਾ ਦੇਣਾ ਹੈ, ਉਹ ਕਿਵੇਂ ਦਿਆ ਜਾਣਾ, ਇਹੋ ਜਿਹਾ ਕਿਤੇ ਵੀ ਸਕੂਲ ਨਹੀਂ ਹੈਗਾ। ਜਿੰਨੇ ਸਕੂਲ ਖੁੱਲ੍ਹੇ ਨੇ ਉਹ ਸਾਰੇ ਦੇ ਸਾਰੇ ਕਾਹਦੇ ਵਾਸਤੇ ਖੁੱਲ੍ਹੇ ਹੋਏ ਨੇ? ਗਿਆਨ ਵਾਸਤੇ ਨੇ। ਜਿਵੇਂ ਲਾਈਟ ਵਾਸਤੇ ਅਸੀਂ ਐਫਰਟਸ ਕਰਦੇ ਹਾਂ, ਸੂਰਜ ਹੈ, ਜਨਰੇਟਰ ਹੈ, ਮੋਮਬੱਤੀ ਹੈ, ਕੈਂਡਲਸ ਅਸੀਂ ਕਹਿ ਸਕਦੇ ਹਾਂ, ਜਾਂ ਫਿਰ ਸਾਡੀਆਂ ਟਾਰਚਾਂ ਨੇ, ਕਾਹਦੇ ਵਾਸਤੇ? ਸਭ ਲਾਈਟ, ਰੌਸ਼ਨੀ ਪੈਦਾ ਕਰਨ ਵਾਸਤੇ। ਅੱਛਾ, ਕੋਈ ਚੀਜ਼ ਆਪਾਂ ਬਾਜ਼ਾਰੋਂ ਇਹੋ ਜਿਹੀ ਖਰੀਦ ਕੇ ਲਿਆਉਣੀ ਜਿਹਦੇ ਨਾਲ ਹਨੇਰਾ ਹੋ ਜਾਏ, ਉਹ ਕੁਛ ਵੀ ਨਹੀਂ ਹੈਗਾ। ਹਨੇਰਾ ਆਪਣੇ ਆਪ ਹੀ ਹੈ। ਜਿਹੜਾ ਹਨੇਰਾ ਹੈ, ਤੁਸੀਂ ਜਿੰਨੀਆਂ ਲਾਈਟਾਂ, ਇਹ ਲਾਈਟਾਂ ਲਈ ਐਫਰਟਸ ਕਿੰਨਾ ਕੀਤਾ ਹੋਇਆ, ਦਿਨ ਰਾਤ ਜਨਰੇਟਰ ਚੱਲਦੇ ਨੇ, ਜੋ ਲਾਈਟ ਚਲੀ ਜਾਂਦੀ ਅਸੀਂ ਲਾਈਟ ਲਾਉਂਦੇ ਹਾਂ, ਸੂਰਜ ਨਹੀਂ ਰਿਹਾ, ਹਨੇਰਾ ਹੋ ਗਿਆ। ਰੌਸ਼ਨੀ ਦੇ ਲਈ ਕਿੰਨੇ ਐਫਰਟਸ ਨੇ, ਹਨੇਰਾ ਫਿਰ ਵੀ ਹੈਗਾ। ਇਸੇ ਤਰ੍ਹਾਂ ਗਿਆਨ ਲਈ ਕਿੰਨੇ ਐਫਰਟਸ ਨੇ, ਅਗਿਆਨਤਾ ਫਿਰ ਵੀ ਹੈਗੀ ਹੈ। ਅਗਿਆਨਤਾ ਤਾਂ ਕੋਈ ਸਿਖਾਉਂਦਾ ਨਹੀਂ, ਕਿਤੇ ਵੀ ਨਹੀਂ ਹੈਗਾ। ਸਮਾਜ ਦੇ ਵਿੱਚ, ਸ੍ਰਿਸ਼ਟੀ ਦੇ ਵਿੱਚ ਉਸ ਪਰਮਾਤਮਾ ਨੇ, ਨਿਰਾਕਾਰ ਵਾਹਿਗੁਰੂ ਨੇ, ਮਹਾਰਾਜ ਕਹਿੰਦੇ ਹਰ ਚੀਜ਼ ਪਾਈ ਹੈ। ਤੁਸੀਂ ਕਾਊਂਟਿੰਗ ਕਰਦੇ ਨਾ ਜਪਜੀ ਸਾਹਿਬ ਦੇ ਵਿੱਚ, ਅਸੰਖ ਜਪ ਅਸੰਖ ਪਾਓ, ਅਸੰਖ ਪੂਜਾ ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾ। ਅੱਛਾ, ਬਿਲਕੁਲ ਅਸੰਖਾ ਹੀ ਨੇ ਨਾਮ ਜਪਣ ਵਾਲੇ। ਤੇ ਨਾਲ ਪੈਰਲਲ ਗੱਲ ਕੀ ਹੈ? ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮਖੋਰ, ਅਸੰਖ ਗਲਵੱਡ ਹੱਤਿਆ ਕਮਾਏ, ਸੰਖ ਪਾਪੀ ਪਾਪ ਕਰ ਜਾਏ। ਇਹ ਵੀ ਗਿਣਤੀ ਉਵੇਂ ਆ ਰਹੀ ਹੈ, ਪਰ ਸਿਖਾਉਂਦਾ ਕੋਈ ਨਹੀਂ ਹੈਗਾ ਇਹਨੂੰ। ਕਿਉਂ ਹੈ? ਕਾਰਨ ਕੀ ਹੈ? ਕਾਰਨ ਇਹੀ ਹੈ ਭਾਈ, ਗਿਆਨ ਵਾਸਤੇ ਤੈਨੂੰ, ਜਿਹੜੀ ਅਸਲ ਵਿੱਚ ਗਿਆਨ ਜਿਹਨੂੰ ਅਸੀਂ ਸਮਝਦੇ ਹਾਂ, ਜਿਹੜਾ ਜੀਵਨ ਜਾਚਨਾ ਦਿੰਦਾ ਹੈ। ਸਪੋਜ਼ ਕਰੋ ਨਾ, ਸਾਡੇ ਮਾਰਕੀਟ ਦੇ ਵਿੱਚ ਬਥੇਰੇ ਬੰਦੇ ਬੈਠੇ ਹੋਣੇ ਨੇ, ਕਿਸੇ ਦਾ ਲੌਕ ਖਰਾਬ ਹੋ ਜਾਏ, ਲੌਕ ਨੂੰ ਖੋਲ੍ਹਦੇ ਨੇ, ਉਹ ਬੁਲਾ ਲਿਆ, ਉਹਨਾਂ ਨੂੰ ਸਵਾਰਦੇ ਨੇ, ਚਾਬੀਆਂ ਨਵੀਆਂ ਲਾ ਦਿੰਦੇ ਨੇ। ਕਿੰਨੀ ਨੌਲੇਜ ਹੈ, ਹਰੇਕ ਬੰਦੇ ਦਾ ਕੰਮ ਨਹੀਂ ਹੁੰਦਾ, ਉਹਨਾਂ ਨੂੰ ਆਉਂਦੀ ਹੈ। ਅੱਛਾ, ਹੁਣ ਘਰਾਂ ਦੇ ਤਾਲੇ ਜਿੰਦੇ ਤੋੜੇ ਜਾਂਦੇ ਨੇ, ਖੋਲ੍ਹੇ ਜਾਂਦੇ ਨੇ, ਉਹ ਵੀ ਚੋਰ ਖੋਲ੍ਹ ਲੈਂਦੇ ਨੇ। ਨੌਲੇਜ ਉਹਦੇ ਕੋਲ ਵੀ ਉਹੀ ਹੈ, ਨੌਲੇਜ ਉਹਦੇ ਕੋਲ ਵੀ ਉਹੀ ਹੈ, ਪਰ ਉਹ ਕਿਸ ਵਾਸਤੇ ਨੌਲੇਜ ਵਰਤੇ? ਉਹ ਜਿਹੜਾ ਗਿਆਨ ਹੈ, ਉਹ ਗਿਆਨ ਕਿਸੇ ਦਾ ਭਲਾ ਕਰਨ ਵਾਸਤੇ ਨਹੀਂ ਹੈ, ਉਹ ਤਾਂ ਚੋਰੀ ਕਰਨੀ ਹੈ ਕਿਸੇ ਵਾਸਤੇ, ਤਾਂ ਜਿੰਦਾ ਖੋਲ੍ਹ ਰਿਹਾ। ਜਿਹੜਾ ਬੰਦਾ ਬਾਜ਼ਾਰ ਵਿੱਚ ਬੈਠ ਕੇ ਚਾਬੀ ਤਾਲੇ ਜਿਹੜੇ ਠੀਕ ਕਰਦਾ ਹੈ, ਉਹ ਕਿਸੇ ਦੇ ਵਾਸਤੇ, ਉਹਦਾ ਗਿਆਨ ਜਿਹੜਾ ਹੈ ਲੋਕਾਂ ਵਾਸਤੇ ਐਫਰਟ ਹੈ। ਮਤਲਬ ਗਿਆਨ ਕੀ ਹੈ? ਮੈਂ ਜਿਹੜੀ ਬੇਨਤੀ ਕਰਨਾ ਵੀ ਬੁੱਝਣ ਵਾਸਤੇ ਕਿਹੜੀ ਗੱਲ ਕਿਹਾ ਹੈ? ਗੁਰੂ ਸਾਹਿਬ ਸਾਨੂੰ ਗਿਆਨ ਹੀ ਦੇ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਾਰਾ ਗਿਆਨ ਹੀ ਹੈ। ਤੈਨੂੰ ਗਿਆਨ ਹੋਵੇ ਸਮਾਜ ਵਿੱਚ ਕਿਵੇਂ ਰਹਿਣਾ, ਤੈਨੂੰ ਗਿਆਨ ਹੋਵੇ ਘਰ ਵਿੱਚ ਕਿਵੇਂ ਰਹਿਣਾ, ਤੈਨੂੰ ਗਿਆਨ ਹੋਵੇ ਤੇਰੀ ਆਪਣੀ ਆਤਮਿਕ ਜੀਵਨ ਜਾਚਨਾ ਕੈਸੀ ਹੈ, ਸਪਿਰਿਚੁਅਲ ਲਾਈਫ ਕੈਸੀ ਹੈ ਤੇਰੀ, ਇਹ ਗਿਆਨ ਹੋਵੇ ਇਸ ਚੀਜ਼ ਦਾ। ਐਵੇਂ ਹੁਣ ਜੇ ਦੇਖਿਆ ਜਾਵੇ, ਅਸੀਂ ਕਹਿੰਦੇ ਧਰਮ ਦੀ ਦੁਨੀਆ ਤਾਂ ਬੜੀ ਵਧੀਆ, ਪਰ ਧਰਮ ਦੇ ਵਿੱਚ ਵੀ ਕਿੰਨੀ ਕਰਪਸ਼ਨ ਹੈ। ਧਰਮ ਦੇ ਆਧਾਰ 'ਤੇ ਤਾਂ ਤੁਸੀਂ ਦੇਖੋ, ਹੁਣ ਤਾਂ ਰੌਲਾ ਹੀ ਸਾਰਾ ਧਰਮ ਦਾ ਰਹਿ ਗਿਆ ਹਰ ਪਾਸੇ। ਧਰਮ ਦੇ ਆਧਾਰ 'ਤੇ ਲੁੱਟਿਆ ਜਾ ਰਿਹਾ, ਧਰਮ ਦੇ ਆਧਾਰ 'ਤੇ ਵੋਟਾਂ ਹੋ ਰਹੀਆਂ, ਧਰਮ ਦੇ ਆਧਾਰ 'ਤੇ ਸਭ ਕੁਛ ਇਹ ਹੋ ਰਿਹਾ। ਮਤਲਬ ਜਿਹੜਾ ਕਰਪਟਪਣਾ ਹੈ ਨਾ, ਉਹ ਧਰਮ ਦੀ ਦੁਨੀਆ ਵਿੱਚ ਵੀ ਹੈ। ਉਸੇ ਕਰਕੇ ਕੁਝ ਧਰਮ ਦੇ ਕਰਮ ਵੀ ਪਖੰਡ ਨੇ। ਧਰਮ ਕਰਮ ਪਖੰਡ ਜੋ ਦਿਸੇ, ਕਰਮ ਧਰਮ ਪਖੰਡ ਜੋ ਦਿਸੇ। ਕੁਝ ਇਹੋ ਜਿਹੇ ਕਰਮ ਨੇ, ਪਰ ਬੰਦਾ ਕਹਿੰਦਾ ਕਰਮ ਧਰਮ ਦੇ ਨੇ, ਧਰਮ ਦੇ ਨਹੀਂ ਹੈਗੇ, ਉਹ ਪਖੰਡ ਹੀ ਆ। ਮਹਾਰਾਜ ਕਹਿੰਦੇ ਨੇ ਜੰਮ ਜਗਾਤੀ ਲੂਟੈ। ਫਿਰ ਬੁੱਝਣਾ ਕੀ ਹੈ?
महाराज कहते जिस चीज़ नूं तू बुझे ही ना, समझे ही ना, लियाकत ही नहीं आई तेरे कोले, समझ ही नहीं आई तैनूं, तो वो चीज़ां बुझण वास्ते जीवन मिलिया सी। नहीं तो सारी जिंदगी गुरु महाराज कहते तू जे बुझिया नहीं ना, पशुआं वर्गा ढोर वर्गा जीवन है। ਇਹਦੇ ਤੇ ਆਪਾਂ ਰਾਤ ਜਿਹੜੀ ਵਾਰਤਾ ਕਰ ਰਹੇ ਸੀ ਕਿ ਕਿਵੇਂ ਸ੍ਰਿਸ਼ਟੀ ਦੇ ਵਿੱਚ ਬੰਦਾ ਆਉਂਦਾ ਹੈ, ਭਾਵੇਂ ਉਹਦਾ ਜਨਮ ਹੈ ਮਾਤਾ ਦੇ ਉਦਰ ਦੇ ਵਿੱਚ ਹੈ, ਉਹਨੂੰ ਅਹਿਸਾਸ ਕਰਾਇਆ ਜਾਂਦਾ ਹੈ, ਦੱਸਿਆ ਜਾਂਦਾ ਹੈ ਵੀ ਚੇਤਾ ਕਰ ਇਸ ਟਾਈਮ। ਬੰਦੇ ਨੂੰ ਕਿੱਡੀ ਵੱਡੀ ਐਗਜ਼ਾਮਪਲ ਆ। ਬੰਦਾ ਕਹਿੰਦਾ ਜੀ ਹਰ ਕੁਛ ਬੰਦਾ ਕਰ ਸਕਦਾ ਜੀ, ਕੀ ਨਹੀਂ, ਸਭ ਐਵਰੀਥਿੰਗ ਇਜ਼ ਪੋਸੀਬਲ ਕਹਿੰਦੇ ਨੇ ਅਸੀਂ, ਪਰ ਤੁਸੀਂ ਦੇਖੋ ਆਹ ਇੱਥੇ ਕਿੱਥੇ ਆ ਕੇ ਬੰਦਾ ਕੀ ਕਰੇਗਾ? ਨਥਿੰਗ, ਕੁਛ ਵੀ ਨਹੀਂ ਕਰ ਸਕਦਾ। ਜਦੋਂ ਬਾਣੀ ਕਹਿੰਦੀ ਹੈ ਵੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਹੀਂ, ਕੋਈ ਸਮਰੱਥ ਨਹੀਂ ਉੱਥੇ, ਉੱਥੇ ਤਾਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀ। ਉਸ ਤਲ ਦੇ ਉੱਤੇ ਜਿਹੜਾ ਜੀਵਨ ਹੈ ਉਹਨੂੰ ਅਹਿਸਾਸ ਕਰਾਉਂਦੇ ਨੇ ਵੀ ਚੇਤਾ ਕਰ ਇੱਥੇ ਕੋਈ ਹੋਰ ਕਿਸੇ ਦੀ ਪਹੁੰਚ ਨਹੀਂ ਹੈਗੀ। ਤੇਰੇ ਸਵਾਸ ਮੁੱਕ ਗਏ ਜੀ, ਰੱਬ ਆਖਰਕਾਰ ਡਾਕਟਰ ਵੀ ਤਾਂ ਕਹਿ ਹੀ ਦਿੰਦੇ ਨੇ ਵੀ ਦੇਖੋ ਜੀ ਸਵਾਸ ਹੀ ਮੁੱਕ ਗਏ ਜੀ, ਹੁਣ ਤਾਂ ਰੱਬ ਦੇ ਘਰੋਂ ਹੀ ਟੁੱਟ ਗਈ, ਅਸੀਂ ਅਕਸਰ ਸੁਣਦੇ ਹਾਂ। ਹੁਣ ਰੱਬ ਦੇ ਸਵਾਸ ਹੈ ਵੀ ਨਹੀਂ ਤੇ ਫਿਰ ਵੀ ਬੰਦੇ ਨੂੰ ਸਾਹ ਦੀ ਜਿਹੜੀ ਲਾ ਕੇ ਆਕਸੀਜਨ ਲਾ ਕੇ ਤੇ ਬਾਹਰੋਂ ਪੈਸੇ ਬਣਾਉਣ ਖਾਤਰ ਲੁੱਟਿਆ। ਯਾਰ ਇਹ ਕੀ ਹੈ? ਇਹ ਅਗਿਆਨਤਾ ਹੀ ਹੈ। ਉਹ ਗਿਆਨ ਕੀ ਕੰਮ ਕਰ ਰਿਹਾ? ਜਿਹੜੇ ਗਿਆਨ ਦੇ ਨਾਲ ਆਪਰੇਸ਼ਨ ਹੋ ਰਹੇ ਨੇ, ਉਸੇ ਗਿਆਨ ਦੇ ਲੋਕਾਂ ਦੇ ਪਾਰਟਸ ਬਾਡੀ ਦੇ ਕੱਢ ਕੇ ਵੇਚੇ ਜਾ ਰਹੇ ਨੇ। ਇਹ ਗਿਆਨ ਨਹੀਂ ਹੈਗਾ। ਇਹ ਗਿਆਨ ਹੈ ਸੰਸਾਰ ਦੇ ਵਿੱਚ ਚੱਲਣ ਦਾ, ਪਰ ਇਹਦੇ ਵਿੱਚ ਵੀ, ਇਸ ਗਿਆਨ ਦੇ ਵਿੱਚ ਵੀ ਤੇਰਾ ਕਰਪਟਪਣਾ ਹੈ। ਜੇ ਮਾਫੀ ਚਾਹਾਂਗਾ ਮੈਂ, ਜੇ ਬਾਣੀ ਦੇ ਆਧਾਰ 'ਤੇ ਵੀ ਅਸੀਂ ਗੱਲ ਕਰੀਏ, ਬਹੁਤ ਤੁਕਾਂ ਨੇ, ਬੰਦਾ ਬਾਣੀ ਦੀਆਂ ਤੁਕਾਂ ਆਪਦੇ ਅਨੁਸਾਰ ਬਦਲ ਲੈਂਦਾ ਵੀ ਐਵੇਂ ਠੀਕ ਹੈ ਜੀ, ਬਸ ਐਵੇਂ ਮਹਾਰਾਜ ਕਹਿੰਦੇ ਨੇ। ਨਹੀਂ ਨਾ, ਐਸਾ ਨਹੀਂ ਹੈ। ਉਹਦਾ ਮਤਲਬ ਤੇਰੇ ਗਿਆਨ ਵਿੱਚ ਵੀ ਅਗਿਆਨਤਾ ਹੈ। ਇਹ ਉਹ ਗਿਆਨ ਦਾ ਮਤਲਬ ਹੀ ਕੀ ਆ? ਗਿਆਨ ਦਾ ਮਤਲਬ ਹੀ ਸੱਚ ਹੈ। ਗਿਆਨ ਦਾ ਮਤਲਬ ਨੌਲੇਜ ਨਹੀਂ, ਉਹ ਸੱਚ ਜਿਹੜਾ ਤੈਨੂੰ ਸਮਝ ਪੈ ਜਾਏ, ਜਿਹੜਾ ਤੈਨੂੰ ਬੁੱਝਣ ਵਾਸਤੇ ਆਇਆ। ਗੁਰੂ ਬੁਝਾ ਰਿਹਾ, ਗੁਰਾ ਇੱਕ ਦੇ ਬੁਝਾਈ। ਤਾਂ ਮਹਾਰਾਜ ਕਹਿੰਦੇ ਸੀਗੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆ। ਗੁਰੂ ਤੋਂ ਬਿਨਾਂ ਸਾਰਾ ਕੀ ਆ? ਅੰਧੇਰਾ ਹੀ ਅੰਧੇਰਾ, ਘੋਰ ਅੰਧੇਰਾ ਹੈ। ਗੁਰੂ ਤੋਂ ਬਿਨਾਂ ਸਮਝ ਨਹੀਂ ਆਉਂਦੀ। ਗੁਰਾ ਇੱਕ ਦੇ ਬੁਝਾਈ, ਗੁਰੂ ਹੀ ਬੁਝਾ ਸਕਦਾ ਹੈ, ਗੁਰੂ ਹੀ ਸਮਝਾ ਸਕਦਾ ਹੈ। ਇਸ ਲਈ ਗੁਰੂ ਬਾਬਾ ਜੀ ਸਾਨੂੰ ਕਹਿੰਦੇ ਨੇ ਇਹ ਸਮਝਣ ਵਾਸਤੇ ਸੰਸਾਰ ਵਿੱਚ ਆਇਆ ਸੀ। ਹੁਣ ਇਸੇ ਗੱਲ ਨੂੰ ਅਗਲੇ ਪੜਾਅ 'ਚ ਆਪਾਂ ਲੈ ਕੇ ਚੱਲੀਏ। ਮਹਾਰਾਜ ਅਗਲੇ ਸ਼ਲੋਕ ਵਿੱਚ ਕਹਿੰਦੇ ਨੇ, ਸ਼ਲੋਕ ਆਵਤ ਹੁਕਮ ਬਿਨਾਸ ਹੁਕਮ, ਆਗਿਆ ਭਿੰਨ ਨਾ ਕੋਏ। ਆਵਣ ਜਾਣਾ ਤਹਿ ਮਿਟੈ, ਨਾਨਕ ਜੈ ਮਨ ਸੋਏ। ਹੁਣ ਕਹਿੰਦੇ ਬੰਦਾ ਜੀ ਸੰਸਾਰ ਵਿੱਚ ਆਉਂਦਾ, ਆਵਤ ਹੁਕਮ, ਹੁਕਮ ਦੇ ਮੱਮੇ ਨੂੰ ਸਿਹਾਰੀਏ। ਹੁਕਮ ਦੇ ਵਿੱਚ ਜਦੋਂ ਅਸੀਂ ਪਹਿਲੀ ਪੌੜੀ ਦੀ ਜਪਜੀ ਸਾਹਿਬ ਤੋਂ ਦੂਜੀ 'ਤੇ ਜਾਂਦੇ ਹਾਂ ਨਾ, ਉੱਥੇ ਆ ਕੇ ਸਾਰੀ ਗੱਲ ਹੀ ਇਹ ਹੁੰਦੀ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਏ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੇ ਸਦਾ ਭਵਾਈਏ। ਆਉਣਾ ਜਾਣਾ ਹੁਕਮੇ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ ਕੋਈ ਬਾਹਰ ਨਹੀਂ। ਹੁਣ ਮਹਾਰਾਜ ਕਹਿੰਦੇ ਜਿਹੜਾ ਬੰਦਾ ਵੀ ਆਉਂਦਾ ਹੈ ਨਾ, ਆਉਣਾ ਹੈ ਆਵਤ ਹੁਕਮ ਦੇ ਵਿੱਚ। ਵਿਨਾਸ਼ ਹੁਕਮ, ਤੇ ਉਹਦੀ ਵਿਨਾਸ਼ਤਾ ਵੀ ਹੁਕਮ ਦੇ ਵਿੱਚ ਹੈ। ਜਿਹੜਾ ਸ਼ਬਦ ਅਸੀਂ ਵਰਤਦੇ ਹਾਂ ਨਾ, ਜਿਵੇਂ ਵੀ ਮੰਨ ਲਓ ਅਸੀਂ ਅੱਜ ਦੇ ਜਨਮ ਦੀ ਗੱਲ ਕਰਦੇ ਹਾਂ, ਇਸ ਜਨਮ ਦੀ, ਵੀ ਸਾਡਾ ਜਨਮ ਇਹੀ ਸੀਗਾ, ਇਸ ਤੋਂ ਪਹਿਲਾਂ ਨਹੀਂ ਸੀਗਾ। ਪਿਛਲੇ ਜਨਮ ਵਿੱਚ ਵੀ ਖਾਧਾ ਪੀਤਾ ਸੀ, ਪਿਛਲੇ ਜਨਮ ਦੇ ਵਿੱਚ ਵੀ ਕੁਝ ਇਸ ਤਰ੍ਹਾਂ ਮਾਣਿਆ ਸੀ, ਪਿਛਲੇ ਜਨਮ 'ਚ ਵੀ ਸੌਂ ਕੇ ਗਏ ਹਾਂ। ਇਹ ਫਰਕ ਹੋ ਸਕਦਾ ਗਾ। ਤੇਰੇ ਪੇਟ ਦਾ ਆਕਾਰ ਛੋਟਾ ਹੋਵੇ, ਤੇਰੀ ਬਣਤਰ ਵੱਖਰੀ ਹੋਵੇ, ਪਰ ਜਨਮ ਤਾਂ ਕੋਈ ਸੀ ਨਾ। ਮੈਂ ਪਹਿਲਾਂ ਹੀ ਬੇਨਤੀ ਕੀਤੀ, ਜੇ ਕੀੜੀ ਹੈ, ਇੱਕ ਕੀੜੀ ਵੀ ਰੋਟੀ ਭਾਲਦੀ ਹੈ। ਮਤਲਬ ਬਹੁਤ, ਜੇ ਸਾਇੰਸ ਦੇ ਦੇਖੋ ਤੁਸੀਂ, ਕਈ ਵਾਰੀ ਤਾਂ ਕਮਾਲ ਹੋ ਜਾਂਦੀ ਹੈ। ਮੇਰੇ ਖਿਆਲ ਨੀਅਰ ਅਬਾਊਟ
40-70 ਜਿਵੇਂ ਕਹਿ ਸਕਦੇ ਨੇ 470 ਦੇ ਲਗਭਗ ਦੰਦ ਹੁੰਦੇ ਨੇ ਇੱਕ ਮੱਛਰ ਦੇ। 470 ਦੰਦ ਹੁੰਦੇ ਨੇ, ਪਰ ਉਹ ਦੰਦ ਜਿਹੜੇ ਨੇ ਉਹਦੇ ਉਸੇ ਵਾਸਤੇ ਬਣਾਏ ਹੋਣੇ ਨੇ। ਜਿਹੜਾ ਬਿੱਛੂ ਹੈ ਇਹਦੇ 3 ਦਿਲ ਹੁੰਦੇ ਨੇ, ਹਾਰਟ। ਮਤਲਬ ਮੈਂ ਬੇਨਤੀ ਕਰ ਰਿਹਾ ਵੀ ਪਰਮੇਸ਼ਰ ਨੇ ਉਹ ਜਿਹਾ ਬਣਾਇਆ। ਕੀੜੀਆਂ ਕਹਿੰਦੇ ਸੌਂਦੀਆਂ ਹੀ ਨਹੀਂ ਹੈਗੀਆਂ, ਉਹਨਾਂ ਨੀਂਦ ਹੀ ਨਹੀਂ ਆਉਂਦੀ, ਤੁਰੀਆਂ ਰਹਿੰਦੀਆਂ ਜਦੋਂ ਮਰਜ਼ੀ ਦੇਖੋ। ਮਤਲਬ ਉਹਨਾਂ 'ਚੋਂ ਸਤਿਗੁਰ ਨੇ ਉਹ ਪੁਰਜਾ ਹੀ ਨਹੀਂ ਲਾਇਆ ਵੀ ਤੈਨੂੰ ਨੀਂਦ ਆ ਜਾਏ। ਇਹਦਾ ਮਤਲਬ ਕੀ ਹੈ? ਜੀਵਨ ਮਿਲੇ ਪਰ ਜ਼ਰੂਰੀ ਨਹੀਂ ਵੀ ਮਨੁੱਖ ਦਾ ਮਿਲਿਆ ਹੋਵੇਗਾ। ਹੁਣ ਗੁਰੂ ਪਾਤਸ਼ਾਹ ਕਹਿੰਦੇ ਹਰ ਹੁਕਮ 'ਚ ਹੀ ਆਏ ਸੀ। ਜੇ ਆਪਾਂ ਕਹਿੰਦੇ ਵੀ ਲਓ ਜੀ ਬੰਦਾ ਖਾਣਾ ਪੀਣਾ ਸਭ ਕੁਝ ਬਾਬਾ ਕਹਿੰਦੇ ਕਰ, ਪਰ ਫਰਕ ਕੀ ਹੈ? ਫਰਕ ਕੀ ਸੀ? ਤੇਰੇ ਮਨੁੱਖਾ ਜਨਮ 'ਚ ਕੀ ਫਰਕ ਸੀ? ਤੈਨੂੰ ਦੇਹਰੀ ਭਈ ਪ੍ਰਾਪਤ ਮਨੁੱਖ ਦੇਹਰੀ ਆ। ਇਹ ਦੇਹਰੀ ਤੈਨੂੰ ਕਿਉਂ ਪ੍ਰਾਪਤ ਹੋਈ ਹੈ? ਮਨੁੱਖ ਦੇਹਰੀ, ਦੇਖੋ ਦੇਹਰੀਆਂ ਸਾਰੀਆਂ ਨੇ, ਹਰ ਚੀਜ਼ ਦੀ ਦੇਹਰੀ ਹੈ। ਜੇ ਅਸੀਂ ਘਰ ਬਣਾ ਲਿਆ ਤੇ ਫਿਰ ਕੀ ਆ? ਘਰ ਤਾਂ ਚੂਹੇ ਬਣਾ ਲੈਂਦੇ ਨੇ। ਜੇ ਅਸੀਂ ਅਨਾਜ ਇਕੱਠਾ ਕਰ ਲਿਆ, ਕੀੜੀਆਂ ਵੀ ਇਕੱਠਾ ਕਰ ਲੈਂਦੀਆਂ ਨੇ। ਮਤਲਬ ਕੀ ਹੈ? ਇਸੇ ਕਰਕੇ ਬਾਣੀ ਉਸ ਤਲ ਤੇ ਕਹਿੰਦੀ ਵੀ ਖਾਣਾ ਪੀਣਾ ਹੱਸਣਾ ਸੌਣਾ ਇਹ ਕੁਝ ਸੀ। ਇਸ ਲਈ ਗੁਰੂ ਮਹਾਰਾਜ ਕਹਿੰਦੇ ਨਹੀਂ ਭਾਈ, ਹੁਕਮ ਦੇ ਵਿੱਚ ਤੇਰਾ ਜੀਵਨ ਚੱਲਦਾ ਰਿਹਾ। ਹੁਕਮ ਵਿੱਚ ਆਉਣਾ ਤੇ ਹੁਕਮ ਵਿੱਚ ਜਾਣਾ, ਪਰ ਕਹਿੰਦੇ ਆਗਿਆ ਭਿੰਨ। ਇਹ ਨਹੀਂ ਵੀ ਤੂੰ ਰੱਬ ਦੀ ਆਗਿਆ ਤੋਂ ਵੱਖਰਾ ਹੋਵੇਂ, ਕੋਈ ਭਿੰਨ ਹੋਵੇਂ, ਡਿਫਰੈਂਟ ਹੋਵੇ ਨਾ। ਹੁਕਮ ਦੇ ਵਿੱਚ ਹੈ ਆਉਣਾ ਵੀ ਤੇ ਹੁਕਮ ਵਿੱਚ ਜਾਣਾ ਵੀ। ਇਸ ਲਈ ਆਪਾਂ ਜਦੋਂ ਪੜ੍ਹਦੇ ਹਾਂ ਨਾ ਵੀ ਜੀਵਨ ਦੀ ਗੱਲ ਕਰਦੇ ਹਾਂ ਵੀ ਅਸੀਂ ਪਿਛਲੇ ਜਨਮ ਦੀ, ਬਾਬਾ ਜੀ ਕਹਿੰਦੇ ਨੇ ਕਈ ਜਨਮ ਭਏ ਕੀਟ ਪਤੰਗਾ। ਕਈ ਜਨਮ ਨੇ, ਇੱਕ ਨਹੀਂ ਕਈ ਜਨਮ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਕਈ ਜਨਮ ਗਜ ਮੀਨ, ਹਾਥੀ, ਮੱਛੀ, ਕੁਰੰਗਾ, ਹਰਨ। ਕਈ ਜਨਮ ਹੈਵਰ ਗੈਵਰ। ਕਈ ਜਨਮਾਂ 'ਚ ਕੀ ਬਣੇ? ਹੈਵਰ, ਹਾਥੀ, ਘੋੜੇ, ਇਸ ਤਰ੍ਹਾਂ ਦੇ ਜਨਮ ਹੋਏ। ਅਤੇ ਕਈ ਜਨਮ ਮਹਾਰਾਜ ਕਹਿੰਦੇ ਕਾਹਦੇ 'ਚ ਹੋ ਗਏ? ਸਰਪ ਜੋਨੀਆਂ ਦੇ ਬਣ ਗਏ। ਦਰਖਤਾਂ ਦੇ ਬ੍ਰਿਖ ਜੋਇਓ, ਬ੍ਰਿਖ ਬਣ ਗਏ। ਹੁਣ ਇਹ ਕੀ ਆ? ਇਹ ਜਨਮ ਤਾਂ ਉਹ ਵੀ ਸੀ, ਜਨਮ ਇਹ ਵੀ ਸੀ। ਉਹਦੇ 'ਚ ਆਏ ਤੇ ਚਲੇ ਗਏ, ਫਿਰ ਆ ਗਏ, ਫਿਰ ਚਲੇ ਗਏ। ਇਸੇ ਕਰਕੇ ਬਾਬਾ ਰਵਿਦਾਸ ਜੀ ਕਹਿੰਦੇ ਇੱਕ ਜਨਮ ਥੋੜ੍ਹੀ, ਬਹੁਤ ਜਨਮ ਵਿਛਰੇ ਥੇ। ਇਹ ਦਾ ਮਤਲਬ ਕੀ ਆ? ਇਹ ਜਨਮ ਤੁਮਾਰੇ ਲੇਖੇ ਦਾ ਮਤਲਬ ਕੀ ਆ? ਹੋਣ ਵਾਲਾ ਤੇਰੇ ਪ੍ਰਵਾਨ ਹੋ ਜਾਏ, ਜਨਮ ਤੇਰੇ ਪ੍ਰਵਾਨ ਹੋ ਜਾਏ। ਇਹਦਾ ਮਤਲਬ ਸਾਡੇ ਜਨਮ ਦੀ ਕਿਤੇ ਪ੍ਰਵਾਨਗੀ ਹੈ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਆਵਤ ਹੁਕਮ ਵਿਨਾਸ਼ ਹੁਕਮ, ਆਗਿਆ ਭਿੰਨ ਨਾ ਕੋਈ। ਉਹਦੀ ਆਗਿਆ ਤੋਂ ਭਿੰਨ ਨਹੀਂ ਹੈ। ਹੁਣ ਅਸੀਂ ਕਹਾਂਗੇ ਦੇਖੋ ਜਿਵੇਂ ਨਾ ਸ਼ੁਰੂਆਤੀ ਜਿਹੜੀ ਸਾਡਾ ਹੈ ਵਿਛੋੜਾ, ਸ਼ੁਰੂਆਤ ਵਿੱਚ ਵਿਛੋੜਾ ਪਿਆ, ਪਤਾ ਨਹੀਂ ਕਦੋਂ ਦੇ ਵਿਛੜੇ ਆ, ਕਈ ਜਨਮਾਂ ਦੇ ਵਿਛੜੇ ਆ। ਬਸ ਵਿਛੋੜਾ ਪੈ ਗਿਆ, ਫਿਰ ਨਵੇਂ ਕਰਮ ਕੀਤੇ ਤੇ ਕਹਿੰਦੇ ਉਹਦੇ ਨਾਲ ਕੀ ਹੋਇਆ? ਜਨਮ ਫਿਰ ਬਣ ਗਿਆ। ਫਿਰ ਜਿਹੋ ਜਿਹੇ ਕਰਮ ਕੀਤੇ, ਨਿਪਟਾਰਾ ਸੀ। ਨਿਪਟਾਰਾ ਸਪੋਜ਼ ਕਰੋ ਨਾ, ਮੈਂ ਇੱਕ ਹੋਰ ਬੇਨਤੀ ਕਰਾਂ। ਬਾਣੀ ਤਾਂ ਕਹਿੰਦੀ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ। ਮਿਲਣ ਵਾਸਤੇ, ਇਸ ਸੰਸਾਰ ਤੋਂ ਮੁਕਤ ਹੋਣ ਵਾਸਤੇ, ਇੱਥੋਂ ਜੀਵਤ ਮਿੱਤਰ ਮੁਕਤ ਹੋਣਾ, ਜੀਵਤ ਮੁਕਤ ਕਹਾਵੇ ਸੋਈ। ਹਾਂ ਅਸੀਂ ਕਰਦੇ ਮਾਫੀ ਚਾਹਾਂ, ਕਈ ਵਾਰੀ ਐਸੇ ਸੱਜਣ ਮੈਨੂੰ ਮਿਲੇ ਨੇ, ਉਹ ਕਹਿੰਦੇ ਜੀ ਦੇਖੋ ਚੰਗੇ ਕੰਮ ਕਰਨੇ ਚਾਹੀਦੇ ਨੇ, ਦਾਨ ਕਰਨੇ ਚਾਹੀਦੇ ਨੇ, ਅੱਗੇ ਬੰਦੇ ਨੂੰ ਮਿਲਦੇ ਨੇ। ਮਤਲਬ ਜੇ ਅਸੀਂ ਐਵੇਂ ਦਾਨ ਕਰਾਂਗੇ, ਆਹ ਚੀਜ਼ ਦਾਨ ਕਰਾਂਗੇ, ਅੱਗੇ ਦਾਨ। ਇਵਨ ਬਾਣੀ ਵਿੱਚ ਤਾਂ ਦਾਨਾਂ ਦੀ ਬੜੀ ਜ਼ਿਕਰ ਕੀਤਾ ਹੋਇਆ। ਅਸ ਦਾਨ, ਗੱਜ ਦਾਨ, ਭੂਮ ਦਾਨ, ਨਾਰੀ ਸੇਜਾ ਨਾਰੀ ਦਾਨ, ਇਹ ਵੀ ਕੁਛ ਦਾਨ ਹੁੰਦਾ ਹੈ। ਸਾਰਾ ਕੁਝ ਦਾਨ ਹੈ। ਸੰਸਾਰ ਦੇ ਵਿੱਚ ਸਭ ਦਾਨ ਹੋਏ ਨੇ। ਈਵਨ ਅੱਜ ਵੀ ਤੁਸੀਂ ਦੇਖੋ ਕਈ ਤੀਰਥਾਂ 'ਤੇ ਨਾ ਲੋਕ ਦਾਨ ਕਰਦੇ ਨੇ ਜਾ ਕੇ। ਜਿਵੇਂ ਪਿੱਛੇ ਅਸੀਂ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾ। ਅੱਜ ਵੀ ਦਾਨ ਕਰਦੇ ਨੇ। ਕਈ ਥਾਂ 'ਤੇ ਇਵੇਂ ਹੁੰਦਾ ਸੀ। ਦਾਨ ਦਾ ਮਤਲਬ ਐਵੇਂ ਥੋੜ੍ਹੀ ਆ, ਜਿਹੜਾ ਤੁਸੀਂ ਦੇਖੋ ਨਾ, ਪੰਡਿਤ ਜੀ ਬੈਠੇ ਹੁੰਦੇ ਨੇ, ਉਹਨਾਂ ਕੋਲ ਤਾਂ ਜਗ੍ਹਾ ਵੀ ਸਾਰੀ 2 ਫੁੱਟ ਹੁੰਦੀ ਹੈ, ਜਿਹੜੀ ਜਗ੍ਹਾ ਰੋਕੀ ਹੁੰਦੀ ਜਿੱਥੇ ਬੈਠ ਕੇ ਉਹ ਬੰਦੇ ਦਾ ਕੋਈ ਕਿਰਿਆ ਕਰਮ ਕਰਦੇ ਨੇ। ਫਿਰ ਉਹ ਕਹਿੰਦੇ ਜੀ ਦਾਨ ਕਰੋ। ਕੀ ਦਾਨ ਕਰੋ? ਉਹ
दान का मतलब जे कहता भी हाथी दान करना, ਉਹਦੇ ਉਹਨਾਂ दान करन ਦੇ ढंग बने हुए ने, ਐਵੇਂ दान करो, ਐਵੇਂ दान हो सकता है। हाथी की करना भी किराए ते हाथी लै लेना, फिर ਉਹਦਾ ਮੁੱਲ लवा लेना, जो मुੱਲ लगना जिन्ना मुੱਲ हो जाना लग जाना, बोली लग जानी इन्ना मुੱਲ है, उन्ना मुੱਲ ਉਹ पंडित जी ਨੂੰ पैसे दे देने, हाथी फिर आपदा हाथी वाला ले जाता, वो किराया दे देंगे सी, ਉਹਨੂੰ किराया मिल जाता सी। ये की हो गया जी? हाथी दान हो गया, दान ही है ना। अगर साढ़े मले कोले कई बकरे चढ़ाते हैं तो लोग लिया ने दूरों दूरों पाले हुए लिया, वो लिया के बकरा चढ़ा देना मतलब छड्ड देना, वो तो जगह से छड्ड देंगे ने। वो जोड़े उत्थे दे प्रबंधक ने वो दूजे पासे बकरा फड़ लेंगे, फड़ के उन्होंने बाहर खड़ाए होंगे ने एक साइड ते उत्ते, उत्थे कोई होर आंदे या बकरा लियाओ जी किन्ने पैसे दा इन्ने दा, वो फड़ लिया वो फिर चढ़ा देंगे। बकरा वही है, ਉਹਦਾ ਮੁੱਲ पे हो रहा। इवें दान से ईवन इसे तरह औरतां भी दान किए जाते। महाराज कहते अस दान, गज दान, भूम दान कर देनी, देखे मेरी जमीन है जी मैं दान करनी है, अच्छा जी का मुੱਲ पाओ, किन्ना जी इन्ना आ देता, दान हो गई। इस तरह के भी दान होए ने। महाराज कहते कादे वास्ते? अगे जाके मिलणगे, रूहां मिलणगियां अगे जाके, अगे अगे बड़े बड़े पदार्थ मिलणगे, 70 गुणा मिलेगा, आ मिलेगा, एवें सी लोग गल्लां करदे। मतलब ध्यान देना, बाणी कहती है तू इस जन्म च ही मुक्त हो जा, आही जन्म लेखे ला दे। असी कहने नहीं अगले जन्म से जो आवांगे सानूं आ मिलेगा। इट मीनज वो कहते तेन असीं बाहर बाणी चों कढ़ना, वो कहते नहीं मैं इस संसार चों नहीं निकलना, सगों मैं तो फसना चाहुंदा। ये फसन के कारण ने, असी नैक्सट की सोच रहे हैं। कल मेरी याद आई, कहते कोई बंदा किसी साधु को गया, कहता बाबा जी मेरी बेनती है तुहानूं, वो कहते दस बई मैं ना चाहुंदा भी जे मेरा अगला जन्म मैनूं मिले ना वो बंदे का ही मिले। वो साधु कहता भी हुण किहड़ा तू गधा बने, हुण भी तो बंदा ही है, जिहड़ा अगले जन्म च करना हुण कर ला, जिहड़ा कुछ करना। मतलब नैक्सट दी अगला जन्म किहड़ा मिलेगा? बाबाणी कहती है पता नहीं, कई जन्म पै कीट पतंगा, कई जन्म गज मीन कुरंगा, पता नहीं किहड़ा जन्म मिलना है। जन्म तो मिल जाना, मन नूं जन्म मिलना ही मिलना गा, जिस तक तेरे मुक्त नहीं हुंदा मन। सरकार कहते यह हुक्म विच वधा आउंदा है, हुक्म विच ही जांदा है, बिनस जांदा है। आग्या भिन्न ना कोई, बाबा जी कहते उसकी आग्या तो परे भिन्न कोई नहीं हैगा, बखरा कोई नहीं हैगा, आकी कोई नहीं हैगा। इसलिए आवण जाना तह मिटै, आ गल कहंदे ने। इत्थे आउणा इत्थों जाना, इत्थे आउणा इत्थे जाना। मर मर जम्मे मरे फिर जम्मे, आए जन्म लिया जन्म जम के फिर मर गए, फिर जम्मे फिर मर गए। ये बाणी लिखती है बार बार जन्म हो रहा। कहते आवण जाना इनू कहते ने, आवण जाना तह मिटे, मिटाउणा सी भाई, इनू खत्म करना सी आउणा जाना। इसे वास्ते तो असीं महाराज नूं कहने सच्चे पातशाह किरपा करो ये जन्म तुम्हारे लेखे हो जाए। तां कहंदे ने आवण जाना तह मिटे, नानक जह मन सोए, जिन्हां दे मन विच सोए वो रब वस गया, उन्हां दा मिट जांदा है, फिर वो क्लीन हो जाते हैं, वो साफ हो जाए। मैं तो कई बार एग्जाम्पल दी है, इनू समझो भी जदों ना कोई जिवें हुण मींह पै रहा, जिहड़ी आ बूंदां पईयां ने ये समुंदर च नहीं समाउणीਆਂ, ਇੱਥੇ ਪਈਆਂ ਨੇ, ਸਾਡੇ ਛੱਤਾਂ ਤੇ ਪੈ ਗਈਆਂ, ਸੁੱਕ ਜਾਣਾ, ਸੁੱਕ ਕੇ ਫਿਰ ਇਹਨਾਂ ਨੇ ਭਾਪ ਬਣ ਜਾਣਾ, ਫਿਰ ਉੱਡ ਜਾਣਾ ਇਸ ਪਾਣੀ ਨੇ। ਹੁਣ ਉੱਡ ਕੇ ਦੁਬਾਰਾ ਫਿਰ ਕੀ ਪਤਾ ਇਹ ਸਮੁੰਦਰ 'ਚ ਵਰਨਗੀਆਂ ਕਿ ਨਹੀਂ ਵਰਨਗੀਆਂ, ਹੋਰ ਕਿਤੇ ਵਰ ਜਾਣਗੀਆਂ, ਮਾਰੂਥਲ ਤੇ ਵਰ ਜਾਣਗੀਆਂ। पर समुंदर जद तक ये चलदियां किते इस तरह भाप बनिया समुंदर च डिगियां, ਜਾਂ फिर किते होर मीह पै गया, पानी बन के नदी बन के समुंदर च डिग्या, जाके फिर मेल हुंदा है। गुरु नदी है, गुरु नदी तरंदड़ी है, गुरु परमेश्वर नदी क्या है, दरिया क्या है, तो परमेश्वर ने समुंदर क्या है। जद तक वो नहीं मिलेगा उस मेल नहीं हो सकता उन्ना चिर। मैं रात भी कह रहा नदियां वाह विछुनियां मेला संजोगी राम। आ जिहड़ा पानी एक बार नदी नहर थलों निकल गया ना, ये मुड़ के थोड़ी कंडे नाल मिलना जाके ने ना, विछोड़ा पै जाना, पता नहीं कदों मिलेगा, कित्थे चले जाना, खबरा गाह किसे
पशु ने पानी पी लेना वो बूंद नूं। फिर वो ये सर्कल है। बाबा जी कहते ये चों मुक्त होना सी, तेरा आना जाना मुक जाए। बस कदों मुक्त होना? जब तू उस जोत विच समा जाएगा जिस जोत विचों तू टुटिया है, विछड़िया है। तो कहते आवन जाना तह मिटे, नानक जय मन सोए। जिन्हां दे मन विच वो वसदा है उन्हां दा आना जाना मिट जाता है। पौड़ी इनू अगे समझाउंदे ने, एऊ जी बहुत ग्रब वासे। एऊ दा मतलब है यही जी दा मतलब आत्मा, जीवात्मा। बहुत गर्भ वासे, ये बड़े गर्भ वासिया विच पिया। गर्भ उधर है, पेट है माता दे उधर दे विच। कहते पता नहीं इस जी ने किन्ने क गर्भां दे विच जिहड़ा इहने वासा कीता है, एक दा थोड़ी है। तो यदा मतलब फिर आदा मैं पिछले दी सब की गल करते। गुरु अर्जन पातशाह लिख रहे हैं, एऊ जी बहुत गर्भ वासे। फिर होया कि अगले बारी क्यों फस जाता सी? कहते मोह मगन मीठ जोन फासे। की होया? मोह मगन, मोह दे विच मस्त हो जाता सी ते मिठा लगदा जोन फासे। हरेक जोनी विच आके मोह बना लिया आपदा। हरेक जोनी च मोह पै जाता है, पैंदा ना। असीं कहने जी देखो बच्चों नाल मोह है, परिवार नाल मोह है, मोह है ना। हुण देखो जेड़ा पिछले जन्म च माँ बाप कौन सी? केतियां के बाप केतियां के बेटे हुए, बाणी कहती है। पता नहीं किन्नियां के बाप बने आ, किन्नियां के बेटे हुए, पता ही नहीं पिछलियां दा। तो उन्होंने मोह टुट गया, नवे पैदा हो गए। हुण ये चले जाना अगले बारी। फिर महाराज कहते तो सारे पूर्व जन्म के मिले संजोगी, अंत को ना सहाई। अंत नूं कोई सहाई नहीं हुंदा। इसलिए कहते पता नहीं। हाँ ये की हुंदा, आए वारी मोह बन जाता है, अटैचमेंट हो जाती है। आए वारी अटैचमेंट हो जाती है। वो अटैचमेंट जिहड़ी है, मोह है ना जिहड़ा, वो नहीं इहनूं तुरन दिंदा। वो नहीं संसार चों पढ़दी है ना। तित सरवड़ भईले निवासा, पानी पावक तिन्हे किया। पंकज मोह पग नहीं चाले। इस पग तुरदा ही नहीं, पैर तुरदा ही नहीं। हम देखा है। गुरु पातशाह अर्जन पातशाह कहते मैं देखिया तह डूबी वाले रोज डुबदे ने मोह दे चिक्कड़ च। यह है मोह दा चिक्कड़। ये मोह की सब तो जिहड़ी अटैचमेंट है, बंदा मोह दा जिहड़ा ना, ये बड़ा निकलना औखा है। इसलिए गुरु महाराज कहते हरेक जो नहीं, पहला इहदा मोह सी। देखो जब मैं इस कल गल करते सी भी माता दे उधर च पुट्ठा लमकदा है, इनू इन्ना उहदे नाल स्नेह बन जाता है, इन्ना स्नेह बनता। वो कहता भी नहीं मैं होर किते नहीं जाना, इत्थे ही रहना। पर हुण वक्त आ जाता, जो ही जन्म लैना पैंदा कहंदे इनू रोना पैंदा है, रोंदा है। माता दा उधर छड्डदा है, रोंदा है। फिर बच्चा देखिया थोड़े थोड़े दिनों बाद माँ की गुदर उहदा गोद का कहंदे ने आदी हो जाता। वो जे कोई बच्चे नूं फड़दा ना तो वह फिर रोंदा है। नहीं नहीं, वो कहंदे जी ये तो गिज गया जी माँ की गोदी च। गिजण का मतलब कि वो छड्डना ही नहीं चाहता, ਉਹਦਾ मोह पै गया ਉਹਦੇ ਨਾਲ। फिर ज्यों ही ਉਹਦਾ ਤੋਂ ਟੁੱਟਦਾ ਉਹਨੂੰ ਨਵੀਂ ਨਵੀਂ ਖੇਡਾਂ ਦਿੰਦੇ ਆ, ਹੋਰ ਦਿੰਦੇ ਆ, ਮਨ ਪਰਚ ਜਾਂਦਾ। फिर ਉਹਦੇ 'ਚ मोह पै ਜਾਂਦਾ। फिर जे कोई खिडौना ਖੋਹ लवे, कोई लै लवे, फिर रोंदा है, टुट गया है, त्यार होंदा है। हुण ज्यों ही होर वड्डा हुंदा है, फिर संसार दे जीआं 'ਚ मोह पै ਜਾਂਦਾ, अटैचमेंट हो जाती है। फिर ज्यों होर वड्डा हुंदा है, फिर ਵਿਆਹ ਬੱਚਿਆਂ ਵਿੱਚ फिर अटैचमेंट हो जाती है। फिर वड्डा हो जाता जी मेरे पोते, मेरे बच्चे, मेरे दाद आवे दूर दूर तक। ये अटैचमेंट है, पै गया मोह। ये मोह मीठा है, मोह मीठा लाया। मोह बड़ा मिठा है बाबा जी कहते। इस करके कहते मोह मगन मीठ जोन फासे, फस गए ये कि बाणी में बड़िया एग्जाम्पल्स दित्तियां हुई ने ना। मक्खी ना जो गुड़ ते बैठ जाए, पहला तो बैठती है, वो भुल जाती है। बस गुड़ का मिठा होना शुरू हो जाता, भुल जाती है भी मेरे पैर जोड़े ने ये ही ने। बस बैठी बैठी वो भुल जाती है, तो वो पर जोड़े होंगे ने वो जुड़ जाते हैं। वो मोह पा इन्ना क पा लेंदी, वो छड्डदी नहीं। बस जदों भी उड्डण लगती है फिर उड्डिया नहीं जाता। फिर की होंदा है, बस फिर की फिर वो फस जाती है। ये अटैचमेंट है जिहड़ी
ਜਿਹੜੀ ਅਟੈਚਮੈਂਟ ਇਹ ਹੈ, ਜਿਵੇਂ ਮੈਂ ਕਈ ਵਾਰ ਐਗਜ਼ਾਮਪਲ ਦਿੱਤੀ ਹੈ ਨਾ, ਬਾਂਦਰ ਨੂੰ ਪਕੜਦੇ ਨੇ, ਉਹ ਸਰਾਈ ਹੁੰਦੀ ਹੈ, ਸਰਾਈ ਦੇ ਵਿੱਚ ਛੋਲੇ ਪਾ ਦਿੰਦੇ ਨੇ। ਜਿਉਂ ਹੀ ਉਹ ਛੋਲੇ ਬਾਂਦਰ ਆ ਕੇ ਵੇਖਦਾ ਵੀ ਵਿੱਚ ਛੋਲੇ ਪਏ ਨੇ, ਉਹ ਜਾ ਕੇ ਹੱਥ ਫਟਾਫਟ ਪਾ ਲੈਂਦਾ ਅਤੇ ਮੁੱਠੀ ਭਰ ਲੈਂਦਾ। ਹੁਣ ਜਦੋਂ ਐਵੇਂ ਹੱਥ ਤਾਂ ਚਲਿਆ ਜਾਂਦਾ ਗਾ, ਐਵੇਂ ਬਾਹਰ ਨਹੀਂ ਆਉਂਦਾ ਭਰਿਆ ਹੋਇਆ। ਹੁਣ ਜਿਉਂ ਹੀ ਹੱਥ ਫੜਿਆ ਹੁੰਦਾ, ਭਰਿਆ ਹੁੰਦਾ ਗਾ, ਉਹਦੇ ਨਾਲ ਇੰਨੀ ਅਟੈਚਮੈਂਟ ਹੋ ਜਾਂਦੀ ਹੈ ਵੀ ਉਹਨੂੰ ਛੱਡਦਾ ਨਹੀਂ ਹੈਗਾ। ਉਹਨੂੰ ਖਿੱਚੀ ਤਾਂ ਜਾਂਦਾ ਹੈ, ਉਹਨੂੰ ਛੱਡਦਾ ਨਹੀਂ। ਹੁਣ ਜੇ ਕਿਤੇ ਛੋਲੇ ਛੱਡ ਦੇਵੇ ਤਾਂ ਬਾਹਰ ਆ ਜੇ, ਪਰ ਉਹ ਛੱਡਦਾ ਨਹੀਂ। ਕੀ ਹੁੰਦਾ, ਮੋਹ ਪੈ ਜਾਂਦਾ ਉਹਦੇ ਨਾਲ। ਹੋਇਆ ਕੀ, ਜਾਨੂੰ ਉਹਨੂੰ ਪਕੜ ਲੈਂਦੇ ਨੇ। ਇਹੀ ਪਕੜਨ ਦਾ ਤਰੀਕਾ, ਫੜਿਆ ਗਿਆ ਮੋਹ ਦੇ ਵਿੱਚ। ਮੱਕੜੀ ਆਪਣੇ ਜਾਲ 'ਚ ਫਸ ਜਾਂਦੀ ਹੈ। ਸੰਸਾਰ ਦੇ ਵਿੱਚ ਇਹ ਅਟੈਚਮੈਂਟ ਮੋਹ ਹੈ। ਗੁਰੂ ਪਾਤਸ਼ਾਹ ਕਹਿੰਦੇ ਏਉ ਜੀ ਬਹੁਤ ਗਰਭ ਵਾਸੇ, ਇਹ ਜੀ ਨੇ ਬੜੇ ਗਰਭ ਧਾਰਨ ਕੀਤੇ, ਪਰ ਕਹਿੰਦੇ ਮੋਹ ਮਗਨ ਮੀਠ ਜੋਨ ਫਾਸੇ। ਹਰੇਕ ਜੋਨੀ ਦੇ ਵਿੱਚ ਆਪਣਾ ਮੋਹ ਵਧਾ ਕੇ ਇਹਦੇ ਵਿੱਚ ਫਸ ਜਾਂਦਾ ਹੈ, ਫਿਰ ਨਹੀਂ ਨਿਕਲਿਆ ਜਾਂਦਾ। ਇੱਕ ਛੋਟੀ ਜਿਹੀ ਹੋਰ ਗੱਲ ਕਰਾਂ, ਸਮਾਂ ਤਾਂ ਹੋ ਗਿਆ। ਕਬੀਰ ਸਾਹਿਬ ਜੀ ਨੇ, ਮੈਂ ਸ਼ਾਰਟਕੱਟ ਹੀ ਗੱਲ ਕਰਾਂਗਾ। ਕਹਿੰਦੇ ਕਿਸੇ ਤੁਰੇ ਜਾ ਰਹੇ ਸੀਗੇ, ਕੋਈ ਬੰਦਾ ਕੰਮ ਬੜਾ ਕਰ ਰਿਹਾ ਸੀ ਗਰਮੀ ਦੇ ਦਿਨਾਂ 'ਚ, ਖੇਤੀਬਾੜੀ ਕਰ ਰਿਹਾ ਸੀ। ਉਹਨੂੰ ਪੁੱਛਿਆ, ਭਾਈ ਸੱਜਣਾ ਪਾਣੀ ਪਿਆ ਦੇ। ਉਹਨੇ ਪਾਣੀ ਪਿਆਇਆ। ਹੁਣ ਸਾਧੂ ਦਾ ਸੁਭਾਅ ਹੁੰਦਾ ਅਤੇ ਉਹਨੂੰ ਕਹਿਣ ਲੱਗੇ ਵੀ ਇੰਝ ਕਰਿਆ ਕਰ, ਰੱਬ ਦਾ ਨਾਂ ਲਿਆ ਕਰ। ਕਹਿੰਦਾ ਜੀ ਰੱਬ ਦਾ ਨਾਂ ਵਿਹਲੇ ਬੰਦਿਆਂ ਦਾ ਕੰਮ ਆ, ਸਾਡਾ ਥੋੜ੍ਹੀ ਹੈ। ਕੰਮ ਕਰੀਦਾ ਗਾ ਦੱਬ ਕੇ ਬਾਹੀ ਦਾ, ਦੱਬ ਕੇ ਖਾਈ ਦਾ। ਉਹ ਕਹਿੰਦਾ ਉਹ ਠੀਕ ਆ, ਪਰ ਨਹੀਂ, ਚੰਗਾ ਨਹੀਂ ਹੈ। ਹਾਂ ਚਲੋ, ਸਮਾਂ ਪਿਆ, ਪਰਿਵਾਰ ਵਾਲਾ, ਬੱਚਿਆਂ ਵਾਲਾ ਹੋ ਗਿਆ। ਫਿਰ ਕਿਤੇ ਮਿਲ ਗਏ। ਫਿਰ ਉਹ ਪੁੱਛਿਆ, ਭਾਈ ਸੱਜਣਾ ਤੂੰ ਨਾਮ ਜਪ ਲਿਆ ਕਰ। ਉਹ ਕਹਿੰਦਾ ਜੀ ਐਡਾ ਟੱਬਰ ਆ, ਇਹਨਾਂ ਨੂੰ ਪਾਲਣਾ, ਕੰਮ ਸਾਰੇ ਧੰਦੇ ਕਰਨੇ। ਫਿਰ ਨਾ ਲੱਗੇ, ਆਖਰਕਾਰ ਬਜ਼ੁਰਗ ਹੋ ਗਿਆ। ਬਜ਼ੁਰਗ ਹੋਇਆ ਅਤੇ ਫਿਰ ਉਹ ਸੋਟੀ ਲੈ ਕੇ ਬੈਠਾ ਹੋਇਆ ਕਰੇ। ਉਹ ਫਿਰ ਆਏ ਕਿਤੇ। ਉਹ ਕਹਿੰਦਾ ਤੁਹਾਨੂੰ ਪਤਾ ਇਹ ਬੱਚੇ ਨਿਆਣੇ ਨੇ, ਇਹ ਧਿਆਨ ਹੀ ਨਹੀਂ ਰਹਿੰਦਾ, ਸਾਰੇ ਘਰ ਦਾ ਧਿਆਨ ਮੈਂ ਰੱਖ ਦਾਂਗਾ। ਕੋਈ ਚੋਰ ਆ ਜਾਏ, ਕੋਈ ਹੋਰ ਆ ਜੀ, ਸਾਰੀ ਮੈਂ ਸਿਆਣੇ ਬੰਦੇ ਦੀ ਲੋੜ ਹੁੰਦੀ। ਉਹ ਕਹਿੰਦੇ ਠੀਕ ਹੈ। ਆਖਰਕਾਰ ਉਹਦੀ ਡੈਥ ਹੋ ਗਈ। ਜਿਉਂ ਹੀ ਡੈਥ ਹੋਈ ਅਤੇ ਉਹਦਾ ਜਨਮ ਹੋਇਆ, ਅਗਲਾ ਕੂਕਰ ਬਣ ਗਿਆ, ਕੁੱਤਾ ਬਣ ਗਿਆ। ਕੁੱਤਾ ਬਣ ਕੇ ਉਹਨਾਂ ਦੇ ਘਰ ਫਿਰ ਆ ਗਿਆ। ਉਹ ਸਾਧੂ ਬਿਰਤੀ ਸੀ, ਉਹਨਾਂ ਨੇ ਪਛਾਣ ਲਿਆ। ਖੋਲ ਪੁੱਛਿਆ, ਭਲਿਆ ਹੁਣ ਵੀ ਹਜੇ ਸਮਾਂ ਸੀਗਾ ਤੇਰੇ ਕੋਲ, ਤੂੰ ਰੱਬ ਦਾ ਨਾਂ ਲੈ ਲੈਂਦਾ। ਕਹਿੰਦਾ ਫਿਰ ਕੀ ਆ, ਮੇਰਾ ਪਰਿਵਾਰ ਹੈ, ਰਾਤ ਆਰਾਮ ਨਾਲ ਸੌਂਦੇ ਨੇ, ਮੈਂ ਪਹਿਰਾ ਦਿੰਦਾ, ਸਾਰੀ ਰਾਤ ਗੇੜੇ ਕੱਢਦੇ ਇਹਨਾਂ ਵਾਸਤੇ। ਫਿਰ ਕੀ ਆ, ਮੇਰੇ ਬੱਚੇ ਨੇ, ਤਾਂ ਕੀ ਹੋ ਗਿਆ ਜੋਨੀ ਵਾਲਾ। ਕਹਿੰਦੇ ਠੀਕ ਆ ਭਾਈ। ਕੁੱਕਰ ਹੋਇਆ, ਉਹਦੇ 'ਚ ਡੈਥ ਹੋ ਜਾਂਦੀ ਹੈ। ਫਿਰ ਅਗਲਾ ਜਨਮ ਫਿਰ ਹੋ ਜਾਂਦਾ। ਫਿਰ ਕੀ ਹੋ ਗਿਆ, ਫਿਰ ਬਲਦ ਬਣ ਗਿਆ। ਕਹਿੰਦੇ ਚਾਰ ਪਾਵ ਦੋਏ ਸਿੰਘ, ਮੁਖ ਤੇ ਗੁੰਗ। ਹੁਣ ਕੀ ਹੋ ਗਿਆ, ਹੁਣ ਉਹਨਾਂ ਦੇ ਜੀ ਨਵਾਂ ਇੱਕ ਲਿਆਂਦਾ ਢੱਗਾ ਅਤੇ ਬੜਾ ਬਾਇਆ ਕਰੇ। ਫਿਰ ਕਿਆ, ਦੇਖ ਲ ਭਲਿਆ, ਦਿਨ ਰਾਤ ਮਿਹਨਤ ਕਰਨੀ। ਆਖਰਕਾਰ ਬੁੱਢਾ ਹੋ ਗਿਆ, ਬਜ਼ੁਰਗ ਹੋ ਗਿਆ। ਹੁਣ ਕੌਣ ਪੱਠੇ ਪਾਵੇ, ਪਹਿਲਾਂ ਤਾਂ ਪਾਉਂਦੇ ਸੀ। ਮਾਰੀਆਂ 2 ਸੋਟੀਆਂ ਬਾਹਰ ਕੱਢ ਦਿੱਤਾ। ਹੁਣ ਜੇ ਕਿਸੇ ਹੋਰ ਦੇ ਵੜਦਾ ਉਹ ਮਾਰਦੇ ਨੇ। ਹੁਣ ਇੱਧਰ ਉੱਧਰ ਸਭ ਭੜਕਦਾ ਫਿਰਦਾ ਹੈ। ਅਤੇ ਫਿਰ ਕਬੀਰ ਸਾਹਿਬ ਜੀ ਕਹਿੰਦੇ ਨੇ ਆਹ ਹਾਲਤ ਹੋ ਗਈ। ਚਾਰ ਪਾਵ, 4 ਪੈਰ ਨੇ, ਦੋਏ ਸਿੰਘ, ਮੁਖ ਤੇ ਗੁੰਗ, ਅਬ ਕੈਸੇ ਗੁਣ ਗਈਆ ਰੇ। ਹੁਣ ਕਿਵੇਂ ਗੁਣ ਗਾਏਗਾ, ਹੁਣ ਤਾਂ ਸਮਾਂ ਲੰਘ ਗਿਆ, ਗੁਜ਼ਰ ਗਿਆ। ਇਹ ਅਟੈਚਮੈਂਟ ਹੈ ਸਾਰੀ। ਦੇਖੋ ਮੈਂ ਫਿਰ ਬੇਨਤੀ ਕਰਦਾ, ਪ੍ਰੇਮ ਜਿਹੜੀ ਹੈ, ਮੋਹ ਅਤੇ ਪ੍ਰੇਮ 'ਚ ਬੜਾ ਫਰਕ ਹੈ। ਪਿਆਰ, ਪ੍ਰੇਮ ਅਤੇ ਮੋਹ ਤਿੰਨੇ ਚੀਜ਼ਾਂ ਅਲੱਗ-ਅਲੱਗ ਨੇ। ਇਹਨਾਂ 'ਚ ਅਸੀਂ ਕਈ ਵਾਰੀ ਇੱਕ ਵਾਰ ਕਹਿੰਦਾ, ਮਮਤਾ ਹੋਰ ਹੈ। ਮਮਤਾ ਮਾਂ ਕਰਦੀ ਹੈ, ਮੋਹ ਕਰਨਾ ਹੋਰ ਚੀਜ਼ ਹੈ, ਮਮਤਾ ਕਰਨੀ ਹੋਰ ਚੀਜ਼ ਹੈ। ਖੈਰ ਮੈਂ ਬੇਨਤੀ ਕਰ ਰਿਹਾ, ਗੁਰੂ ਮਹਾਰਾਜ ਕਹਿੰਦੇ ਮੋਹ ਮਗਨ ਮੀਠ ਜੋਨ ਫਾਸੇ। ਇਹਦੇ ਕਰਕੇ ਇਹਦੇ 'ਚ ਫਸ ਜਾਂਦਾ, ਫਿਰ ਛੱਡਦਾ ਨਹੀਂ ਨਾ ਹੈਗਾ, ਫਿਰ ਇਸੇ ਕਰਕੇ ਦੁਖੀ ਹੁੰਦਾ ਹੈ। ਇਨ ਮਾਇਆ ਤ੍ਰੈ ਗੁਣ ਵਸ ਕੀਨੇ। ਇਨ ਮਾਇਆ, ਇਸ ਮਾਇਆ ਨੇ 3 ਗੁਣ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹਨਾਂ 3 ਗੁਣਾਂ ਦੇ ਵਿੱਚ ਬੰਦੇ ਨੂੰ ਫਸਾਇਆ ਹੋਇਆ, ਇਹਦੇ 'ਚ ਫਸਿਆ ਰਹਿੰਦਾ, ਉਲਝਿਆ ਰਹਿੰਦਾ ਹੈ। ਫਿਰ ਆਪਨ ਮੋਹ ਘਟੇ ਘਟ ਦੀਨੇ। 2 ਸ਼ਬਦ ਵਰਤੇ ਨੇ। ਆਪਣਾ ਮੋਹ, ਮਾਇਆ ਨੇ ਪਤਾ ਕੀ ਕੀਤਾ, ਆਪਣਾ ਜਿਹੜਾ ਮੋਹ ਹੈ ਨਾ, ਘਟੇ ਘਟ। ਦੇਖੋ ਘਟੇ, ਹੁਣ ਲਿਖਿਆ ਤਾਂ ਘਟੇ ਹੋਇਆ ਨਾ, ਤਾਂ ਤੁਸੀਂ ਫਟਾਫਟ ਕਹਿੰਦੇ, ਜਿਵੇਂ ਨਾ ਬਾਣੀ 'ਚ ਆਉਂਦਾ, ਹੁਣ ਹੀ ਅਸੀਂ ਪੜ੍ਹਦੇ ਹਾਂ, ਔਦ ਘਟੇ, ਉਹਦਾ ਮਤਲਬ ਕਿ ਉਮਰ ਘਟੇ। ਹੁਣ ਲਿਖਿਆ ਸੇਮ ਹੋਇਆ, ਪਰ ਪ੍ਰਕਰਨ ਇਹ ਚੱਲਦਾ ਨਹੀਂ, ਉੱਥੇ ਉਮਰ ਦੀ ਗੱਲ ਹੀ ਨਹੀਂ ਚੱਲਦੀ। ਇਹ ਕੀ ਹੈ, ਕਹਿੰਦੇ ਆਪਣ ਮੋਹ ਘਟੇ ਘਟ, ਘਟ ਘਟ ਮੇ ਹਰਜੂ ਬਸੇ। ਘਟ ਕੀ ਹੁੰਦਾ ਹੈ, ਸਰੀਰ। ਬਹੁ ਵਚਨ ਘਟੇ, ਹਰੇਕ ਘਟ ਦੇ ਵਿੱਚ, ਹਰੇਕ ਸਰੀਰ ਦੇ ਵਿੱਚ ਉਹਦਾ ਮੋਹ ਪਿਆ ਹੋਇਆ ਹੈ। ਪੜ੍ਹਦੇ ਨਹੀਂ ਤੁਸੀਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਹਰੇਕ ਵਿੱਚ ਮੋਹ, ਅਟੈਚਮੈਂਟ ਹੈ।
ਇਹ ਹਰੇਕ ਵਿੱਚ ਪੁਰਜਾ ਹੈ। ਬੰਦਾ ਕਈ ਜੇ ਮਰਜ਼ੀ ਕਹੀ ਜਾਵੇ ਜੀ ਨਿਰਮੋਹ ਹੋ ਗਿਆ, ਕਦੇ ਨਹੀਂ ਹੋ ਸਕਦਾ। ਕਿਤੇ ਨਾ ਕਿਤੇ ਮੋਹ ਦੇ ਵਿੱਚ ਫਸਿਆ ਹੁੰਦਾ, ਕਿਸੇ ਹੋਰ ਚੀਜ਼ ਦਾ ਮੋਹ ਹੋਊਗਾ। ਆਪਨ ਮੋਹ ਘਟੇ ਘਟ ਦੀਨੇ। ਘਟੇ ਦਾ ਮਤਲਬ ਹੁੰਦਾ ਇੱਕ ਘਟਣਾ। ਇੱਥੇ ਘਟ ਘਟ ਦੇ ਵਿੱਚ, ਹਰ ਘਟ ਦੇ ਵਿੱਚ ਮੋਹ ਪਿਆ ਹੈ। ਮਹਾਰਾਜ ਕਹਿੰਦੇ ਇਸ ਕਰਕੇ ਮਾਇਆ ਨੇ ਇਹਨਾਂ 'ਚ ਹਰੇਕ ਘਟ 'ਚ ਮੋਹ ਪਾਤਾ। ਇਹ ਸਾਜਨ ਕਛ ਕਹੋ ਪਾਇਆ। ਹੁਣ ਬੇਨਤੀ ਕਰਦੇ ਨੇ, ਇਹ ਸਾਜਨ ਕਛ ਕਹੋ ਉਪਾਇਆ, ਕੋਈ ਉਪਾਅ ਦੱਸ ਸਾਨੂੰ, ਇਹ ਤੋਂ ਮੁਕਤ ਕਿਵੇਂ ਹੋਈਏ। ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾ ਜਗ ਖਾਇਆ। ਇਹ ਮਾਇਆ ਮੋਹਣੀ ਹੈ। ਕਹਿੰਦੇ ਇਹ ਸਾਜਨ ਕਛ ਕਹੋ ਉਪਾਇਆ, ਜਾਂ ਤੇ ਤਰੋਂ ਬਿਖਮ ਇਹ ਮਾਇਆ। ਇਹ ਬਿਖਮ ਮਾਇਆ ਜੋ ਜਿਹਦੇ 'ਚੋਂ ਮੈਂ ਨਿਕਲ ਸਕਾਂ, ਮੈਨੂੰ ਤਰੀਕਾ ਦੱਸੋ। ਮਾਫੀ ਚਾਹਾਂਗਾ, ਆਹ ਤਰੀਕਾ ਹੀ ਗੁਰੂ ਕੋਲ ਆਉਂਦਾ ਹੈ। ਇਹੀ ਗੱਲ ਬੁੱਝਣੀ ਹੈ ਜਿਹੜੀ ਆਪਾਂ ਕੱਲ੍ਹ ਕਰ ਰਹੇ ਹਾਂ। ਮੈਂ ਬਾਰ-ਬਾਰ ਇਹੀ ਗੱਲ ਕਹਿ ਰਿਹਾਗਾ ਕਿ ਗੁਰੂ ਮਹਾਰਾਜ ਕਹਿੰਦੇ ਆਵਣ ਆਏ ਸ੍ਰਿਸ਼ਟ ਮੈਂ, ਬਿਨ ਬੂਝੇ ਪਸ਼ੂ ਢੋਰ। ਇਹੀ ਬੁੱਝਣਾ ਸੀ ਜਿਹੜੀ ਗੁਰੂ ਪਾਤਸ਼ਾਹ ਦੱਸਦੇ ਰਹੇ ਨੇ। ਇਹ 'ਚੋਂ ਮੁਕਤ ਕਿਵੇਂ ਹੋਣਾ ਹੈ, ਇਹ 'ਚੋਂ ਨਿਰਲੇਪ ਕਿਵੇਂ ਹੋਣਾ ਹੈ। ਇਸ ਲਈ ਜਾਂ ਤੇ ਤਰੋਂ ਬਿਖਮ ਇਹ ਮਾਇਆ, ਇਹ ਬੜੀ ਔਖੀ ਮਾਇਆ ਆ ਗਈ, ਇਹਦੇ 'ਚੋਂ ਮੈਂ ਕਿਵੇਂ ਤਰਾਂ, ਮੈਨੂੰ ਕੋਈ ਉਪਾਅ ਦੱਸ, ਕੋਈ ਵਿਧੀ ਦੱਸ, ਕੋਈ ਤਰੀਕਾ ਦੱਸ, ਕੋਈ ਢੰਗ ਦੱਸ। ਲਾਸਟ ਪੰਕਤੀਆਂ ਵਿੱਚ ਕਹਿੰਦੇ ਕਰ ਕਿਰਪਾ ਸਤ ਸੰਗ ਮਿਲਾਏ। ਆਹ ਹੈ ਕਹਿੰਦੇ ਸਭ ਤੋਂ ਕਦੋਂ ਕਿਰਪਾ ਕਰ ਦਿੰਦਾ ਨਾ, ਉਹ ਆਪਣੀ ਸਤ ਸੰਗ 'ਚ ਮਿਲਾ ਲੈਂਦਾ ਹੈ। ਫਿਰ ਨਾਨਕ ਤਾਂ ਕਿ ਨਿਕਟ ਨਾ ਮਾਏ। ਮਾਏ ਦਾ ਮਤਲਬ ਫਿਰ ਮਾਇਆ ਆ ਗਿਆ। ਕਹਿੰਦੇ ਫਿਰ ਉਹਦੇ ਨਿਕਟ ਮਾਇਆ ਦਾ ਅਸਰ ਨਹੀਂ ਹੁੰਦਾ ਹੈ, ਕਿਉਂਕਿ ਉਹ ਫਿਰ ਨਿਰਲੇਪ ਹੋ ਜਾਂਦਾ। ਹੁੰਦਾ ਸਭ ਕੁਝ ਹੀ ਹੈ, ਉਹਦੇ ਨਾਲ ਅਟੈਚਮੈਂਟ ਨਹੀਂ ਹੁੰਦੀ। ਰਹਿੰਦਾ ਪਰਿਵਾਰ ਵਿੱਚ ਹੀ ਹੈ, ਡਿਊਟੀ ਸਭ ਕੁਝ ਕਰਦਾ, ਅਟੈਚਮੈਂਟ ਨਹੀਂ ਹੁੰਦੀ। ਬਸ ਇਹ ਜਿਹੜੀ ਮਾਇਆ ਦਾ, ਇਹ ਗੁਰੂ ਦੀ ਕਿਰਪਾ ਨਾਲ ਨਿਕਲਦਾ ਹੈ। ਗੁਰੂ ਇਸ ਚੀਜ਼ ਤੋਂ ਮੁਕਤ ਕਰਾਉਂਦਾ ਹੈ। ਤਾਂ ਗੁਰੂ ਮਹਾਰਾਜ ਕਹਿੰਦੇ ਜਦੋਂ ਉਹਦੀ ਕਿਰਪਾ ਹੁੰਦੀ ਹੈ, ਫਿਰ ਸਤ ਸੰਗ 'ਚ ਬੰਦਾ ਜੁੜਦਾ ਹੈ। ਸਤ ਸੰਗ 'ਚ ਸੋਝੀ ਪੈਂਦੀ ਹੈ ਗੁਰੂ ਕੋਲੇ ਆ ਕੇ। ਅਤੇ ਗੁਰੂ ਦੀ ਸਤ ਸੰਗਤ ਕੀ ਹੈ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਬਿਨਾਂ ਸਮਝ ਨਹੀਂ ਪੈਂਦੀ ਹੈ। ਤਾਂ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਵਨ ਹੁਕਮ ਬਿਨਾਸ ਹੁਕਮ, ਆਗਿਆ ਭਿੰਨ ਨਾ ਹੋਏ। ਆਉਣਾ ਜਾਣਾ ਉਹਦੇ ਹੁਕਮ ਵਿੱਚ ਹੀ ਹੈ। ਪਰ ਜਦੋਂ ਗੁਰੂ ਦੀ ਆਗਿਆ ਵਿੱਚ, ਜਦੋਂ ਗੁਰੂ ਦੇ ਉਪਦੇਸ਼ ਵਿੱਚ, ਜਦੋਂ ਗੁਰੂ ਦੀ ਸੰਗਤ ਵਿੱਚ ਆ ਜਾਂਦਾ, ਫਿਰ ਗੁਰੂ ਨੂੰ ਸੋਝੀ ਦਿੰਦਾ ਹੈ, ਬੁਝਾਉਂਦਾ ਹੈ, ਸਮਝਾਉਂਦਾ ਹੈ। ਫਿਰ ਉਹ ਸਮਝ ਪੈਂਦੀ ਹੈ ਵੀ ਜੀਵਨ ਕਿਵੇਂ ਸਫਲਾ ਕਰਨਾ। ਇੰਨੇ ਕੁ ਬਚਨ ਪ੍ਰਵਾਨ ਕਰਨੇ। ਸਮਾਂ ਹੋ ਗਿਆ, ਬਾਕੀ ਵਿਚਾਰ ਕੱਲ੍ਹ ਕਰਨ ਦਾ ਯਤਨ ਕਰਾਂਗੇ। ਸਭ ਦਾ ਧੰਨਵਾਦ।